Good morning, student. A very warm wishes to all of you. Our next topic that is a ledger. So, in previous video, we have discussed regarding the chapter number 8 that is a journal. ਜਿਹਦੇ ਵਿੱਚ ਬੇਟੇ ਅਸੀਂ ਪੜ੍ਹਿਆ ਸੀਗਾ ਕਿ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਅਸੀਂ ਬੁੱਕ ਆਫ ਅਕਾਊਂਟ ਦੇ ਵਿੱਚ ਰਿਕਾਰਡ ਕਰਦੇ ਹਾਂ ਉਹਨਾਂ ਨੂੰ ਸਟੈਪ ਬਾਈ ਸਟੈਪ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਇੱਕ ਬੁੱਕ ਇੱਕ ਪਲੇਸ ਦੇ ਉੱਪਰ ਰੱਖਣ ਨੂੰ ਕੀ ਕਿਹਾ ਜਾਂਦਾ ਹੈ ਜਰਨਲ ਨਾਓ ਟੂਡੇ ਆਈ ਐਮ ਗੋਇੰਗ ਟੂ ਐਕਸਪਲੇਨ ਦਾ ਕਨਸੈਪਟ ਆਫ ledger when we post the all transaction from journal to ledger that are called ledger ਜਦੋਂ ਅਸੀਂ ਸਾਰੇ ਦੇ ਸਾਰੇ ਟ੍ਰਾਂਜੈਕਸ਼ਨਸ ਨੂੰ ਇੱਕ ਪਰਟੀਕੂਲਰ ਟ੍ਰਾਂਜੈਕਸ਼ਨ ਨੂੰ ਇੱਕ ਪਰਟੀਕੂਲਰ ਹੈਡ ਦੇ ਅੰਡਰ ਰੱਖਦੇ ਹਾਂ that are called ledger ਫॉर एग्जांपल ਕੈਸ਼ ਦੀਆਂ ਸਾਰੀਆਂ ਟ੍ਰਾਂਜੈਕਸ਼ਨ ਕੈਸ਼ ਅਕਾਊਂਟ ਦੇ ਅੰਡਰ ਪਰਚੇਜ਼ ਦੀਆਂ ਸਾਰੀਆਂ ਟ੍ਰਾਂਜੈਕਸ਼ਨ ਪਰਚੇਜ਼ ਅਕਾਊਂਟ ਦੇ ਅੰਡਰ ਮਸ਼ੀਨਸ ਦੀਆਂ ਸਾਰੀਆਂ ਟ੍ਰਾਂਜੈਕਸ਼ਨ ਮਸ਼ੀਨਰੀ ਅਕਾਊਂਟ ਦੇ ਅੰਡਰ और बैंक ਦੀਆਂ ਸਾਰੀਆਂ ਟ੍ਰਾਂਜੈਕਸ਼ਨ बैंक ਅਕਾਊਂਟ ਦੇ ਅੰਡਰ ਜਦੋਂ ਅਸੀਂ ਪਰਟੀਕੂਲਰ ਹੈਡ ਦੇ ਅੰਡਰ ਆਪਣਾ ਵਰਕ ਜਿਹੜਾ ਆ ਉਹਨੂੰ ਪ੍ਰਿਪੇਅਰ ਕਰਦੇ ਹਾਂ that are called ledger. Let us start with the meaning of ledger. Business transactions are first entered in journal. ਸਭ ਤੋਂ ਪਹਿਲਾਂ ਬੇਟੇ ਬਿਜ਼ਨਸ ਟ੍ਰਾਂਜੈਕਸ਼ਨ ਨੂੰ ਐਂਟਰ ਕੀਤਾ ਜਾਂਦਾ ਜਰਨਲ 'ਚ ਔਰ ਸਬਸਿਡਰੀ ਸਪੈਸ਼ਲ ਪਰਪਸ ਸਬਸਿਡਰੀ ਬੁੱਕਸ that is cash book. And the next step is to transfer the entry to respective account in ledger ਤੇ ਉਸ ਤੋਂ ਬਾਅਦ ਅਸੀਂ ਉਸੇ ਟ੍ਰਾਂਜੈਕਸ਼ਨ ਨੂੰ ਕਿਹਦੇ ਵਿੱਚ ਪ੍ਰਪੇਅਰ ਕਰਦੇ ਹਾਂ ਲੈਜ਼ਰ ਦੇ ਵਿੱਚ ਸੋ ਲੈਜ਼ਰ ਇਜ਼ ਅ ਬੁੱਕ ਵਿਚ ਕੰਟੇਨ ਆਲ ਅਕਾਊਂਟ ਆਫ ਬਿਜ਼ਨਸ ਐਂਡ ਐਂਟਰਪ੍ਰਾਈਜ਼ ਅਤੇ ਇਹਦੇ ਵਿੱਚ ਕਿ ਲੈਜ਼ਰ ਇੱਕ ਉਹ ਬੁੱਕ ਹੁੰਦੀ ਜਿਹਦੇ ਵਿੱਚ ਅਸੀਂ ਹਰ ਇੱਕ ਪਰਟੀਕੂਲਰ ਹੈਡ ਦੇ ਅੰਦਰ ਹਰ ਇੱਕ ਟ੍ਰਾਂਜੈਕਸ਼ਨ ਦਾ ਵੱਖਰਾ ਵੱਖਰਾ ਅਕਾਊਂਟ ਬਣਾਉਂਦੇ ਹਾਂ ਆਈਦਰ ਦੈਟ ਇਜ਼ ਅ ਪਰਸਨਲ ਰੀਅਲ ਔਰ ਨੋਮੀਨਲ ਅਸੀਂ ਪਰਸਨਲ ਦਾ ਵੱਖਰਾ ਰੀਅਲ ਦਾ ਵੱਖਰਾ ਅਤੇ ਨੋਮੀਨਲ ਦਾ ਵੱਖਰਾ ਅਕਾਊਂਟ ਪ੍ਰਪੇਅਰ ਕਰਾਂਗੇ ਦੈਨ ਲੈਜ਼ਰ ਇਜ਼ ਅ ਚੀਫ ਬੁੱਕ ਆਫ ਅਕਾਊਂਟ ਐਂਡ ਇਟ ਇਜ਼ in this book that all the business transaction would ultimately find their place under their account in a duly classified form. ਸੋ ਲੈਜ਼ਰ ਬੇਟੇ ਇੱਕ ਚੀਫ ਬੁੱਕ ਹੁੰਦੀ ਹੈ ਜਿਹਦੇ ਵਿੱਚ ਸਾਰੇ ਅਕਾਊਂਟ ਨੂੰ ਇੱਕ ਨੇਮ ਦਿੱਤਾ ਜਾਂਦਾ ਆ ਅਤੇ ਬਿਜ਼ਨਸ ਟ੍ਰਾਂਜੈਕਸ਼ਨ ਦੇ ਵਿੱਚ ਅਲਟੀਮੇਟਲੀ ਹਰ ਇੱਕ ਅਕਾਊਂਟ ਦੀ ਪਲੇਸ ਦਾ ਪਤਾ ਚੱਲਦਾ ਹੈ ਈਵਨ ਇਹ ਵੀ ਸਾਨੂੰ ਪਤਾ ਚੱਲ ਜਾਂਦਾ ਕਿਹੜੇ ਅਕਾਊਂਟ ਦੇ ਵਿੱਚ ਸਾਡੀ ਕਿੰਨੀ ਮਨੀ ਜਿਹੜੀ ਆ ਉਹ ਯੂਟੀਲਾਈਜ਼ਡ ਹੋਈ ਓਕੇ ਸੋ next that is a performer of ledger that how can we prepare a ledger ਸੋ ਬੇਟੇ ਲੈਜ਼ਰ ਨੂੰ ਟੀ ਟਾਈਪ ਪਰਫਾਰਮਾ ਦੇ ਵਿੱਚ ਪ੍ਰਪੇਅਰ ਕੀਤਾ ਜਾਂਦਾ ਅਸੀਂ ਲੈਜ਼ਰ ਨੂੰ ਟੀ ਅਕਾਊਂਟ ਵੀ ਕਹਿੰਦੇ ਆ ਓਕੇ ਸੋ ਟੀ ਫਾਰਮ ਮੀਨਸ ਲਾਈਕ ਦੈਟ ਜਦੋਂ ਇੱਕ ਡੈਬਿਟ ਸਾਈਡ ਹੁੰਦੀ ਹੈ ਅਤੇ ਇੱਕ ਕ੍ਰੈਡਿਟ ਸਾਈਡ ਹੁੰਦੀ ਆ ਡੈਬਿਟ ਸਾਈਡ 'ਤੇ ਡੇਟ ਪਰਟੀਕੂਲਰ ਜਰਨਲ ਫੋਲੀਓ 'ਤੇ ਅਮਾਊਂਟ ਲਿਖਿਆ ਜਾਂਦਾ ਹੈ ਸੇਮ ਐਜ਼ ਇਟ ਇਜ਼ ਹੀ ਕ੍ਰੈਡਿਟ ਸਾਈਡ 'ਤੇ ਡੇਟ ਪਰਟੀਕੂਲਰ ਜਰਨਲ ਫੋਲੀਅਰ ਐਂਡ ਅਮਾਊਂਟ ਲਿਖਿਆ ਜਾਂਦਾ ਆ ਸੋ ਬੇਟੇ ਅਗਰ ਅਸੀਂ ਗੱਲ ਕਰੀਏ ਆਪਣੇ ਅਕਾਊਂਟਸ ਦੀ ਤਾਂ ਅਸੀਂ ਹਰ ਇੱਕ ਵੀਡੀਓ ਦੇ ਵਿੱਚ ਇਹ ਪੜ੍ਹਿਆ ਸੀਗਾ ਵਾਟ ਡੂ ਯੂ ਮੀਨ ਬਾਏ ਡੇਟ ਪਰਟੀਕੂਲਰ GF ਐਂਡ ਅਮਾਊਂਟ ਬਟ ਜਦੋਂ ਅਸੀਂ ਆਪਣੇ ਪਰਫਾਰਮਾ ਨੂੰ ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਈਚ ਲੈਜ਼ਰ ਅਕਾਊਂਟ ਇਜ਼ ਡਿਵਾਈਡਡ ਇਨਟੂ 2 equal part and one is the left side and second is the right side and bete left hand side is known as the debit side it means that is the left hand side ਜਿਹਨੂੰ ਅਸੀਂ ਡੈਬਿਟ ਸਾਈਡ ਵੀ ਕਹਿੰਦੇ ਹਾਂ ਜਿਹਦੇ ਵਿੱਚ ਟ੍ਰਾਂਜੈਕਸ਼ਨਸ ਨੂੰ ਜਦੋਂ ਅਸੀਂ ਰਿਸੀਵ ਕਰਦੇ ਹਾਂ ਉਹਨਾਂ ਨੂੰ ਲਿਖਿਆ ਜਾਂਦਾ ਹੈ that are called debit side and the right hand side is a credit side as an account is in T shape so T shape ਦੇ ਵਿੱਚ ਜਿਹੜੀ ਵੀ ਲੈਫਟ ਸਾਈਡ ਹੁੰਦੀ ਆ ਉਹਨੂੰ ਅਸੀਂ ਡੈਬਿਟ ਅਕਾਊਂਟ ਕਹਿੰਦੇ ਹਾਂ ਅਤੇ ਜਿਹੜੀ ਵੀ ਰਾਈਟ ਸਾਈਡ ਹੁੰਦੀ ਆ ਉਹਨੂੰ ਅਸੀਂ ਕ੍ਰੈਡਿਟ ਅਕਾਊਂਟ ਕਹਿੰਦੇ ਹਾਂ ਸੋ ਬੀ ਕੇਅਰਫੁਲ ਬੇਟੇ ਵੀ ਕੈਨ ਆਲਸੋ ਸੇ ਦੈਟ ਸਮਟਾਈਮ ਇਟ ਇਜ਼ ਕਾਲਡ ਦੈਟ T account the format of an account it is shown below like that so like that ਅਸੀਂ ਕਿਸੇ ਵੀ ਅਕਾਊਂਟ ਦਾ ਸਪੋਜ਼ ਕਰੋ ਅਸੀਂ ਕੈਸ਼ ਦਾ ਜਾਂ ਅਸੀਂ ਕਿਸੇ ਪਰਟੀਕੂਲਰ ਪਰਸਨ ਦਾ ਲੈਜ਼ਰ ਪ੍ਰਪੇਅਰ ਕਰਦੇ ਪਏ ਹਾਂ ਅਤੇ ਅਸੀਂ ਉੱਤੇ ਲਿਖਾਂਗੇ ਲੈਜ਼ਰ ਆਫ ਦਿਸ ਐਂਡ ਦੈਟ ਪਰਸਨ ਲੈਜ਼ਰ ਆਫ ਦਿਸ ਐਂਡ ਦੈਟ ਅਕਾਊਂਟ ਆਫਟਰ ਦੈਟ ਅਸੀਂ ਡੈਬਿਟ ਕਾਲਮ 'ਚ ਡੇਟ ਲਿਖਾਂਗੇ ਦੈਨ ਪਰਟੀਕੂਲਰ 'ਚ ਰੀਜ਼ਨ ਲਿਖਾਂਗੇ ਵਾਈ we receive this thing and why we paid this thing okay so journal folio we know that that is a book page number ਜਿਹੜਾ ਕਿ ਬੇਟੇ ਸਾਨੂੰ ਅਕਾਊਂਟਸ ਦੇ ਵਿੱਚ ਨਹੀਂ ਦਿੱਤਾ ਜਾਂਦਾ ਜਰਨਲੀ ਅਸੀਂ ਇਹਨੂੰ ਕਿਹਦੇ ਵਿੱਚ ਲਿਖਦੇ ਹੁੰਦੇ ਹਾਂ ਜ਼ਿਆਦਾਤਰ
अगर असी गल करिए तो जरनल फॉलियो दे वड्डियां वड्डियां ऑर्गेनाइजेशन दे विच लिखिया जांदा आ ते सानू बुक्स ऑफ अकाउंट दे विच लिखण दी फिलहाल सानू अपने इस टॉपिक दे विच लिखण दी जरूरत नहीं हैगी। एंड अमाउंट इत्थे डैबिट अमाउंट आ जाएगा तो इत्थे क्रेडिट अमाउंट आ जाएगा। लेट अस नो दैट व्हाट डू यू मीन बाय डेट, पर्टिकुलर, जर्नल फॉलियो एंड अमाउंट। सो बेटे व्हाट डू यू मीन बाय डेट? द डेट ऑफ द ट्रांजेक्शन इज रिकॉर्डेड इन दिस कॉलम। डेट मतलब किस पर्टिकुलर डेट ਨੂੰ ਤੁਸੀਂ ਆਪਣਾ ट्रांजेक्शन ਜਿਹੜੀ ਉਹ बुक्स ऑफ अकाउंट ਦੇ ਵਿੱਚ राइट डाउन ਕੀਤੀ, दैट आर कॉल्ड डेट। दैन बेटे पर्टिकुलर्स ईच ट्रांजेक्शन अफेक्ट टू अकाउंट। वी नो दैट सारियां ट्रांजेक्शन ਜਿਹੜੀਆਂ दो अकाउंट्स ਨੂੰ अफेक्ट ਕਰਦੀਆਂ। फॉर एग्जाम्पल वैन वी परचेज गुड्स ऑन कैश ਤਾਂ ਉਹ दो कॉलम्स ਨੂੰ दो अकाउंट्स ਨੂੰ प्रिपेयर ਕਰਨੀਆਂ। वन दैट इज़ अ परचेजेज अकाउंट, सेकेंड दैट इज़ अ कैश अकाउंट। So the name of the other account which is affected by the transaction. For example बेटे कैश अकाउंट प्रिपेयर करते पे हो, कैश अकाउंट डेबिट होंदा पिया, क्रेडिट होंदा पिया है, तो जदों उन्होंने असीं क्रेडिट कॉलम दे विच लिखांगे तो उहदा रीजन अदर हैंड परचेजिज ओदियां असीं किस साइड ते लिखांगे, क्रेडिट साइड ते की लिखांगे बाय परचेजिज। बी केयरफुल बेटे ਜਦੋਂ ਵੀ ਅਸੀਂ ਡੈਬਿਟ ਸਾਈਡ ਨੂੰ ਡਿਨੋਟ ਕਰਨਾ ਅਸੀਂ ਟੂ ਨਾਲ ਕਰਨਾ, ਅਤੇ ਜਦੋਂ ਵੀ ਅਸੀਂ ਕ੍ਰੈਡਿਟ ਸਾਈਡ ਨੂੰ ਡਿਨੋਟ ਕਰਨਾ ਤਾਂ ਅਸੀਂ ਬਾਏ ਨਾਲ ਕਰਾਂਗੇ। ਦੈਨ ਜਰਨਲ ਫੋਲਿਓ ਜਿਵੇਂ ਕਿ ਅਸੀਂ ਪਿੱਛੇ ਪੜ੍ਹਿਆ, in this column the page number of the journal or subsidiary book from which that particular is transferred is entered। मतलब पर्टिकुलर ट्रांसफर एंट्री जी ट्रांसफर की जाती है पर्टिकुलर अकाउंट के विच जिस बुक नंबर तो जिस पेज नंबर तो असीं उन्होंने ट्रांसफर करते पे हैं टू द अनदर बुक, वो पेज नंबर असीं इत्थे लिखांगे। एंड अमाउंट परटेनिंग इन टू अकाउंट इज़ एंटर इन दिस कॉलम। जो भी डैबिट होया जो भी क्रेडिट होया उन्होंने असीं अमाउंट के कॉलम दे विच शो करांगे। सो दिस इज़ द थोरैटिकल पोर्शन ऑफ लेजर। सो बेटे इस तो अलग जी नैक्सट वीडियो होएगी उहदे विच असीं वेखांगे दैट हाउ कैन वी प्रिपेयर लेजर विद द हेल्प ऑफ जर्नल। सो इफ यू हैव एनी क्वेरी यू कैन आस्क मी। ओके, थैंक्स एंड हैव अ नाइस डे।